ਮੈਂ ਆਪਣੀ ਸ਼ੁਰੂ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤੀ ਸੀ। ਉਹ ਸਕੂਲ ਜਿਹਦੀ ਬਿਲਡਿੰਗ ਨਹੀਂ ਸੀ। ਮੇਰੀ 27 ਸਾਲ ਦੀ ਸਰਵਿਸ ਦੇ ਵਿੱਚ ਸਭ ਤੋਂ ਕਠਿਨ ਅਗਰ ਕੰਮ ਸੀਗਾ ਤਾਂ ਕਰੋਨਾ ਵਾਇਰਸ ਦੀ ਮੈਨੇਜਮੈਂਟ ਦਾ ਸੀ। ਇਹੋ ਜਿਹੀ ਬਿਮਾਰੀ ਜਿਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹਦਾ ਬਿਹੇਵੀਅਰ ਕੀ ਹੋਏਗਾ, ਕਿਸ ਤਰ੍ਹਾਂ ਇਹਨੂੰ ਅਸੀਂ ਟ੍ਰੀਟ ਕਰਾਂਗੇ। ਉਸ ਵੇਲੇ ਮੈਨੂੰ ਲਗਾਇਆ ਗਿਆ ਹੈਲਥ ਪ੍ਰਿੰਸੀਪਲ ਸੈਕਟਰੀ ਹੈਲਥ, ਜਦੋਂ ਪਹਿਲੀ ਵੇਵ ਜਿਹੜੀ ਕਰੋਨਾ ਦੀ ਸੀ ਉਹ ਕਾਫੀ ਉੱਪਰ ਵੱਧ ਰਹੀ ਸੀ। ਮੈਂ ਬਤੌਰ ਐਜੂਕੇਸ਼ਨ ਸੈਕਟਰੀ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਦਾ ਵੀ ਕੰਮ ਸੰਭਾਲਿਆ ਸੀ। ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਕਿਉਂਕਿ ਬਹੁਤ ਸਾਰੀਆਂ ਜਿਹੜੇ ਸਰਟੀਫਿਕੇਟ ਸੀਗੇ ਉਹਨਾਂ ਦੇ ਵਿੱਚ ਗਲਤੀਆਂ ਹੁੰਦੀਆਂ ਸੀ। ਕਈ ਵਾਰੀ ਉਹਨਾਂ ਨੂੰ ਠੀਕ ਕਰਾਉਣ ਦੇ ਵਿੱਚ ਬਹੁਤ ਟਾਈਮ ਲੱਗਦਾ ਸੀ। ਤੇ ਕੋਰੀਡੋਰ ਦੇ ਜਿਹੜੀ ਸਪੈਸ਼ਲ ਸੜਕ ਬਣੀ ਹੈ ਔਰ ਜਿਹੜੇ ਟਰਮੀਨਲ ਬਣਿਆ ਹੈ ਉਹਦੇ ਵਿੱਚ ਬਤੌਰ ਪ੍ਰਿੰਸੀਪਲ ਸੈਕਟਰੀ PWD ਉਹਨੂੰ ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਉਹ ਜਿਹੜੀ ਜ਼ਮੀਨ ਸੀ ਐਕਵਾਇਰ ਕੀਤੀ ਔਰ ਫਿਰ ਉਹਨੂੰ ਬਣਵਾਇਆ। ਔਰ ਇਹਦੇ ਮੈਨੂੰ ਬੜੀ ਸੰਤੁਸ਼ਟੀ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਮੈਂ ਆਪਣਾ ਯੋਗਦਾਨ ਪਾ ਸਕਿਆ। ਸੰਗਰੂਰ, ਨਵਾਂਸ਼ਹਿਰ, ਫਰੀਦਕੋਟ ਅਤੇ ਮਾਨਸਾ ਦੇ ਵਿੱਚ ਡਿਪਟੀ ਕਮਿਸ਼ਨਰ ਰਹਿਣ ਤੋਂ ਬਾਅਦ ਪ੍ਰਿੰਸੀਪਲ ਸੈਕਟਰੀ ਹੈਲਥ, ਪ੍ਰਿੰਸੀਪਲ ਸੈਕਟਰੀ PWD, ਪ੍ਰਿੰਸੀਪਲ ਸੈਕਟਰੀ ਸੋਸ਼ਲ ਸਿਕਿਉਰਿਟੀ ਅਤੇ ਅੱਜ ਕੱਲ੍ਹ ਪੰਜਾਬ ਸਰਕਾਰ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਟੂ CM ਪੰਜਾਬ ਦੇ ਨਾਲ ਕੰਮ ਕਰ ਰਹੇ ਹੁਸਨ ਲਾਲ ਜੀ ਅੱਜ ਜਗਵੰਡ ਦੇ ਰੂਬਰੂ ਹਨ। ਅਸੀਂ ਇਹਨੂੰ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਆਉਣ ਲਈ ਵੈਲਕਮ ਕਰਾਂਗੇ। ਸ਼ੁਕਰੀਆ ਜੀ। ਹਾਂਜੀ ਸਰ, ਤੁਸੀਂ ਕੋਵਿਡ ਦੇ ਵਿੱਚ ਵੀ ਬੜਾ ਕੰਮ ਕੀਤਾ ਸਾਰੇ ਸਾਹਮਣੇ, ਤੇ ਐਜੂਕੇਸ਼ਨ ਬੋਰਡ ਦੇ ਵਿੱਚ ਬਤੌਰ ਚੇਅਰਮੈਨ ਤੁਸੀਂ ਲੰਬਾ ਸਮਾਂ ਇੱਥੇ ਜੋ ਕੰਮ ਕੀਤਾ, ਤਰ੍ਹਾਂ ਦੇ ਇੱਥੇ ਜੋ ਕਾਊਂਟਰ ਲੱਗੇ, ਜੋ ਲੋਕਾਂ ਨੂੰ ਰੋਜ਼ਮਰਾ ਦੀ ਪ੍ਰੋਬਲਮ ਆਉਂਦੀ ਸੀਗੀਆਂ ਉਹਨਾਂ ਨੂੰ ਤੁਸੀਂ ਹੱਲ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਤੇ ਇਸ ਤਰ੍ਹਾਂ ਦੀ ਚਰਚਾ ਸਾਰੇ ਪੰਜਾਬ ਦੇ ਵਿੱਚ ਨਹੀਂ, ਸਾਰੇ ਜੋ ਐਜੂਕੇਸ਼ਨ ਬੋਰਡ ਦੇ ਵਿੱਚ ਹਰ ਰੋਜ਼ ਜੋ ਕੰਮ ਲਈ ਲੋਕ ਆਉਂਦੇ ਸੀਗੇ ਉਹਨਾਂ ਨੂੰ ਬੜੀ ਸੁਖਾਲਾ ਹੋ ਗਿਆ ਉਹਨਾਂ ਲਈ ਕੰਮ। ਬੇਸ਼ੱਕ ਇਹਦੇ ਬੜੇ ਲੋਕਾਂ ਨੂੰ ਪ੍ਰੋਬਲਮ ਵੀ ਆਈ ਹੈ ਨਾ, ਅਧਿਕਾਰੀਆਂ ਨੂੰ ਵੀ ਪ੍ਰੋਬਲਮ ਸੀ, ਇਸ ਕਰਕੇ ਤੁਹਾਡਾ ਇਸ ਅਹੁਦੇ ਤੋਂ ਜਲਦੀ ਜਾਣਾ ਵੀ ਤੈਅ ਹੋ ਗਿਆ ਸੀਗਾ। ਤੇ ਪਰ ਇਹ ਲੋਕਾਂ ਦੇ ਵਿੱਚ ਚਰਚਾ ਸੀ ਵੀ ਤੁਸੀਂ ਕਿੰਨੇ ਕੰਮ ਕੀਤੇ ਤੇ ਕਿੰਨੇ ਤੁਸੀਂ ਇਸ ਤਰ੍ਹਾਂ ਸਾਰੇ ਆਪਣੇ ਬਤੌਰ ਚੇਅਰਮੈਨ ਐਜੂਕੇਸ਼ਨ ਬੋਰਡ ਦੇ ਸਿਲਸਿਲੇ ਪਹਿਲਾਂ ਜਗਵੰਡ ਦੇ ਪਾਠਕਾਂ ਨਾਲ ਸਾਂਝੇ ਕਰੋ ਆਪਣੇ। ਸ਼ੁਕਰੀਆ ਤੁਹਾਡਾ, ਅੱਜ ਮੈਨੂੰ ਇਸ ਚੈਨਲ ਤੇ ਬੋਲਣ ਦਾ ਮੌਕਾ ਮਿਲਿਆ। ਮੈਂ ਬਤੌਰ ਐਜੂਕੇਸ਼ਨ ਸੈਕਟਰੀ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਦਾ ਵੀ ਕੰਮ ਸੰਭਾਲਿਆ ਸੀ। ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਕਿਉਂਕਿ ਬਹੁਤ ਸਾਰੀਆਂ ਜਿਹੜੇ ਸਰਟੀਫਿਕੇਟ ਸੀਗੇ ਉਹਨਾਂ ਦੇ ਵਿੱਚ ਗਲਤੀਆਂ ਹੁੰਦੀਆਂ ਸੀ। ਕਈ ਵਾਰੀ ਉਹਨਾਂ ਨੂੰ ਠੀਕ ਕਰਾਉਣ ਦੇ ਵਿੱਚ ਬਹੁਤ ਟਾਈਮ ਲੱਗਦਾ ਸੀ। ਸੋ ਉਹਨਾਂ ਨੂੰ ਠੀਕ ਕਰਾਉਣ ਦੇ ਲਈ ਸਪੈਸ਼ਲ ਇੱਕ ਮੁਹਿੰਮ ਚਲਾਈ ਸੀ ਔਰ ਉਹਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਟਾਈਮ ਦੇ ਦਿੱਤਾ ਕਿ ਤੁਸੀਂ ਆਪਣੇ ਜਿਹੜੇ ਸਰਟੀਫਿਕੇਟ ਠੀਕ ਕਰਵਾਉਣੇ ਹੈ ਉਹ ਤੁਸੀਂ ਕਰਵਾ ਸਕਦੇ ਹੋ। ਬਹੁਤ ਨੋਮੀਨਲ ਜਿਹੀ ਇੱਕ ਫੀਸ ਰੱਖੀ ਸੀ। ਇਸ ਦੇ ਨਾਲ ਮੈਂ ਕੋਸ਼ਿਸ਼ ਕੀਤੀ ਕਿ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਜਾਣ ਕੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਇਸ ਬੋਰਡ ਦੇ ਵਿੱਚ ਆਉਣਾ ਪੈਂਦਾ ਹੈ। ਸੋ ਇੱਕ ਸਰਵੇ ਕਰਵਾਇਆ ਗਿਆ ਜਿਹਦੇ ਵਿੱਚ 3 ਹਫ਼ਤੇ ਦੇ ਵਿੱਚ ਸਰਵੇ ਕੀਤਾ, ਤਕਰੀਬਨ 4 ਤੋਂ 5 ਹਜ਼ਾਰ ਲੋਕਾਂ ਨੂੰ ਸਰਵੇ ਦੇ ਵਿੱਚ ਦੇਖਿਆ। ਸੋ ਫਿਰ ਸਮਝਿਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਉਹ ਸਮੱਸਿਆਵਾਂ ਨੂੰ ਦੇਖ ਕੇ ਫਿਰ ਅਸੀਂ ਸਿੰਗਲ ਵਿੰਡੋ ਕਾਊਂਟਰ ਬੋਰਡ ਦੀ ਬਿਲਡਿੰਗ ਦੇ ਵਿੱਚ ਸਭ ਤੋਂ ਗਰਾਊਂਡ ਫਲੋਰ 'ਤੇ ਇੱਕ ਸਪੈਸ਼ਲੀ ਤਿਆਰ ਕਰਕੇ ਕਾਊਂਟਰ ਉੱਥੇ ਲਗਾਏ ਔਰ ਉੱਥੇ ਫਿਰ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਰੱਖਿਆ। ਔਰ ਇਹਦਾ ਜਿਹੜਾ ਇਫੈਕਟ ਇਹ ਹੋਇਆ ਕਿ ਲੋਕ ਕੋਈ ਵੀ ਬੋਰਡ ਦੇ ਦਫ਼ਤਰ ਦੇ ਅੰਦਰ ਐਂਟਰ ਨਹੀਂ ਕਰਦੇ ਸੀ, ਸਿਰਫ ਉਸ ਸਿੰਗਲ ਵਿੰਡੋ 'ਤੇ ਆ ਕੇ ਤੇ ਉੱਥੇ ਹੀ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਉੱਥੇ ਦੇਖੀਆਂ ਜਾਂਦੀਆਂ ਸੀ ਤੇ ਉਹਨਾਂ ਨੂੰ ਹੱਲ ਕਰਕੇ ਸਰਟੀਫਿਕੇਟ ਇਸ਼ੂ ਕਰਨਾ, ਜੋ ਵੀ ਕੰਮ ਕਰਨਾ ਉੱਥੇ ਹੋ ਜਾਂਦਾ ਸੀ। ਸੋ ਇਹਦੇ ਨਾਲ ਜਿਹੜੀ ਬੋਰਡ ਦੇ ਕੰਮਕਾਜ ਦੇ ਵਿੱਚ ਕਾਫੀ ਫਰਕ ਪਿਆ। ਲੋਕਾਂ ਨੂੰ ਬਹੁਤ ਇਹਦੇ ਨਾਲ ਫਾਇਦਾ ਹੋਇਆ, ਉਹਨਾਂ ਦੀਆਂ ਸਮੱਸਿਆਵਾਂ ਬਹੁਤ ਜਲਦ ਹੱਲ ਹੋਣੀਆਂ ਸ਼ੁਰੂ ਹੋ ਗਈਆਂ। ਹੌਸਲਾ ਜੀ, ਤੁਸੀਂ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੋ ਕਰਤਾਰਪੁਰ ਲਾਂਘੇ ਦੀ ਗੱਲ ਸੀ, ਜੋ ਸਿੱਖਾਂ ਦੀ ਪੁਰਾਣੀ 70 ਸਾਲ ਪੁਰਾਣੀ ਮੰਗ ਪੂਰੀ ਹੋਈ ਸੀ, ਲੋਕਾਂ ਨੇ ਬੜਾ ਤਸੱਲੀ ਮਹਿਸੂਸ ਕੀਤੀ ਇਸ ਗੱਲ ਦੀ। ਤੁਸੀਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੇ ਹੋ ਇਸ ਗੱਲ ਲਈ ਵੀ ਤੁਸੀਂ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੀਤੀ, ਬਤੌਰ ਤੁਸੀਂ ਆਪ ਉਹਨਾਂ ਨਾਲ 1-to-1 ਮੀਟਿੰਗਾਂ ਕੀਤੀਆਂ ਪਾਕਿਸਤਾਨ ਵਾਲੇ ਪਾਸੇ ਵੀ ਤੇ ਦਿੱਲੀ ਵਾਲੇ ਪਾਸੇ ਵੀ। ਉਹ ਕਰਤਾਰਪੁਰ ਲਾਂਘੇ ਦੇ ਵਿੱਚ ਜੋ ਪ੍ਰੋਜੈਕਟ ਸੀ ਉਹਦੇ ਬਾਰੇ ਸਾਡੇ ਜਗਵੰਡ ਦੇ ਪਾਠਕਾਂ ਨਾਲ ਸ਼ੇਅਰ ਕਰੋ ਜੀ। ਤੁਸੀਂ ਬਿਲਕੁਲ ਸਹੀ ਕਿਹਾ। ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਕਿ ਇਸ ਪ੍ਰੋਜੈਕਟ ਦੇ ਵਿੱਚ ਮੈਨੂੰ ਭਾਰਤ ਦੀ ਜਿਹੜੀ ਟੀਮ ਸੀ, ਪਾਕਿਸਤਾਨ ਦੀ ਟੀਮ ਦੇ ਨਾਲ ਜਿਹੜੀਆਂ ਅਸੀਂ ਨੈਗੋਸ਼ੀਏਸ਼ਨਸ ਕਰਦੇ ਸੀ, ਉਹਦੇ ਵਿੱਚ ਬਤੌਰ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਮੈਨੂੰ ਮੌਕਾ ਮਿਲਿਆ। ਔਰ ਇਹਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ, ਅੰਮ੍ਰਿਤਸਰ ਦੇ ਵਿੱਚ ਵਾਹਗਾ ਬਾਰਡਰ 'ਤੇ
ਭਾਰਤ ਦੀ ਸਾਈਡ ਉੱਧਰ ਮੀਟਿੰਗ ਕੀਤੀਆਂ ਤੇ ਉਸ ਤੋਂ ਬਾਅਦ ਪਾਕਿਸਤਾਨ ਜਾ ਕੇ ਵੀ ਮੀਟਿੰਗਾਂ ਕੀਤੀਆਂ ਸੀ। ਇਹ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਨਾਲ ਜੋ ਸਾਡੀ ਐਗਰੀਮੈਂਟ ਸਾਈਨ ਕਰਨਾ ਸੀ ਉਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕੰਡੀਸ਼ਨ ਸੀਗੀਆਂ ਉਹਨਾਂ ਨੂੰ ਤਾਂ ਕਿ ਸਾਡੇ ਫੇਵਰੇਬਲ ਹੋਣ ਉਹਦੇ ਲਈ ਪੂਰੀ ਅਸੀਂ ਕੋਸ਼ਿਸ਼ ਕੀਤੀ ਔਰ ਉਹਦਾ ਫਾਇਦਾ ਹੋਇਆ ਔਰ ਆਲਮੋਸਟ ਸਾਰੀਆਂ ਕੰਡੀਸ਼ਨ ਸਾਡੀਆਂ ਮੰਨ ਕੇ ਅਸੀਂ ਉਹ ਜਿਹੜਾ ਐਗਰੀਮੈਂਟ ਸਾਈਨ ਕੀਤਾ ਔਰ ਫਾਈਨਲੀ ਜਿਹੜਾ ਐਗਰੀਮੈਂਟ ਸਾਈਨ ਕੀਤਾ ਸੀ ਉਹ ਜ਼ੀਰੋ ਲਾਈਨ ਤੇ ਅੱਜ ਜਿਹੜਾ ਕੋਰੀਡੋਰ ਹੈ ਉੱਥੇ ਸਾਈਨ ਕੀਤਾ ਗਿਆ ਸੀਗਾ। ਔਰ ਇਸ ਤੇ ਕੋਰੀਡੋਰ ਦੇ ਜਿਹੜੀ ਸਪੈਸ਼ਲ ਸੜਕ ਬਣੀ ਹੈ ਔਰ ਜਿਹੜੇ ਟਰਮੀਨਲ ਬਣਿਆ ਹੈ ਉਹਦੇ ਵਿੱਚ ਬਤੌਰ ਪ੍ਰਿੰਸੀਪਲ ਸੈਕਟਰੀ PWD ਉਹਨੂੰ ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਉਹ ਜਿਹੜੀ ਜ਼ਮੀਨ ਸੀ ਐਕਵਾਇਰ ਕੀਤੀ ਔਰ ਫਿਰ ਉਹਨੂੰ ਬਣਵਾਇਆ ਔਰ ਇਹਦੇ ਮੈਨੂੰ ਬੜੀ ਸੰਤੁਸ਼ਟੀ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਮੈਂ ਆਪਣਾ ਯੋਗਦਾਨ ਪਾ ਸਕਿਆ। ਜਦੋਂ ਪ੍ਰਧਾਨ ਮੰਤਰੀ ਜੀ ਨੇ ਇਹਦਾ ਇਨੋਗ੍ਰੇਸ਼ਨ ਕੀਤੀ ਸੀ ਤਾਂ ਉਸ ਵੇਲੇ ਅਸੀਂ ਉਹਨਾਂ ਨੂੰ ਉੱਥੇ ਰਿਸੀਵ ਕਰਨ ਦੇ ਵਿੱਚ ਵੀ ਅਸੀਂ ਸਭ ਤੋਂ ਪਹਿਲਾਂ ਸੀ। ਬਿਲਕੁਲ। ਇਸ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਬਤੌਰ ਹੈਲਥ ਤੁਸੀਂ ਜੋ ਕੰਮ ਕੀਤਾ, ਖਾਸ ਕਰਕੇ ਕਰੋਨਾ ਵਾਇਰਸ ਰੂਪੀ ਮਹਾਮਾਰੀ ਜੋ ਵਿਦੇਸ਼ ਹੀ ਨਹੀਂ ਸਾਰੇ ਦੇਸ਼ਾਂ ਸਾਰੇ ਪਾਸੇ ਫੈਲੀ ਹੋਈ ਸੀ ਤੇ ਹੁਣ ਉਸਦੇ ਕੰਟਰੋਲ ਆ ਚੁੱਕਿਆ ਤੇ ਪਰ ਤੁਸੀਂ ਉਸ ਵੇਲੇ ਸਟਾਰਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੇ ਸੀ, ਕਿੱਦਾਂ ਦੇ ਖਾਸ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਡਾਕਟਰ ਜੀ ਨਾਲ? ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਮੀਟਿੰਗਾਂ 'ਚ ਲੱਗੇ ਰਹਿੰਦੇ ਸੀ, ਹਾਲਾਂਕਿ ਕਰੋਨਾ ਤੋਂ ਹਰ ਕੋਈ ਉਸ ਵੇਲੇ ਡਰਦਾ ਸੀ, ਪਰ ਤੁਸੀਂ ਬਤੌਰ ਆਫੀਸਰ ਹੁੰਦੇ ਹੋਏ ਸਾਰਿਆਂ ਨੂੰ ਮੀਟਿੰਗਸ ਲੈਂਦੇ ਰਹੇ ਤੇ ਸਰਕਾਰ ਨੂੰ ਸਮੇਂ-ਸਮੇਂ ਤੇ ਗੱਲ ਪਹੁੰਚਾਉਂਦੇ ਰਹੇ। ਉਸ ਤਰ੍ਹਾਂ ਦਾ ਵਾਕਿਆ ਪ੍ਰਦੀਪ ਜੀ, ਮੈਂ ਦੱਸਣਾ ਚਾਹਾਂਗਾ ਕਿ ਮੇਰੀ 27 ਸਾਲ ਦੀ ਸਰਵਿਸ ਦੇ ਵਿੱਚ ਸਭ ਤੋਂ ਕਠਿਨ ਅਗਰ ਕੰਮ ਸੀਗਾ ਤਾਂ ਕਰੋਨਾ ਵਾਇਰਸ ਦੀ ਮੈਨੇਜਮੈਂਟ ਦਾ ਸੀ। ਇਹੋ ਜਿਹੀ ਬਿਮਾਰੀ ਜਿਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹਦਾ ਬਿਹੇਵੀਅਰ ਕੀ ਹੋਏਗਾ, ਕਿਸ ਤਰ੍ਹਾਂ ਇਹਨੂੰ ਅਸੀਂ ਟ੍ਰੀਟ ਕਰਾਂਗੇ। ਉਸ ਵੇਲੇ ਮੈਨੂੰ ਲਗਾਇਆ ਗਿਆ ਹੈਲਥ ਪ੍ਰਿੰਸੀਪਲ ਸੈਕਟਰੀ ਹੈਲਥ ਜਦੋਂ ਪਹਿਲੀ ਵੇਵ ਜਿਹੜੀ ਕਰੋਨਾ ਦੀ ਸੀ ਉਹ ਕਾਫੀ ਉੱਪਰ ਵੱਧ ਰਹੀ ਸੀ। ਸਿਰਫ ਇਹਦਾ ਇੱਕੋ ਹੀ ਫਾਇਦਾ ਸੀ ਕਿ ਮੈਂ ਪਿਛਲੇ 4.5 ਸਾਲ ਇਸ ਤੋਂ ਪਹਿਲਾਂ ਹੈਲਥ ਮਹਿਕਮੇ ਦੇ ਵਿੱਚ ਬਤੌਰ ਸੈਕਟਰੀ ਹੈਲਥ ਤੇ MD ਹੈਲਥ ਮਿਸ਼ਨ ਤੇ MD ਹੈਲਥ ਸਿਸਟਮ ਕਾਰਪੋਰੇਸ਼ਨ, ਕਮਿਸ਼ਨਰ ਫੂਡ ਐਂਡ ਡਰੱਗ, ਇਹ ਸਾਰੀਆਂ ਜਿਹੜੀਆਂ ਅਸਾਮੀਆਂ ਇਹਨਾਂ ਤੇ ਮੈਂ ਤਕਰੀਬਨ 4.5 ਸਾਲ ਰਿਹਾ ਸੀ ਔਰ ਮੈਨੂੰ ਹੈਲਥ ਮਹਿਕਮੇ ਦਾ ਕਾਫੀ ਆਈਡੀਆ ਸੀ, ਕਾਫੀ ਮੈਨੂੰ ਨੌਲੇਜ ਸੀ। ਸੋ ਉਸ ਨੌਲੇਜ ਦੇ ਬੇਸਿਸ ਤੇ ਉਸ ਤਜਰਬੇ ਦੇ ਬੇਸਿਸ ਤੇ ਮੈਨੂੰ ਲਗਾਇਆ ਤੇ ਉਸ ਤੋਂ ਬਾਅਦ ਅਸੀਂ ਕਰੋਨਾ ਨੂੰ ਮੈਨੇਜ ਕਰਨ ਵਾਸਤੇ ਸਭ ਤੋਂ ਪਹਿਲਾਂ ਜੋ ਕਦਮ ਕੀਤਾ ਸੀ ਉਹ ਸੀ ਹੋਮ ਆਈਸੋਲੇਸ਼ਨ ਨੂੰ ਬਿਲਕੁਲ ਫ੍ਰੀ ਕਰਨਾ। ਕਿ ਇਸ ਤੋਂ ਪਹਿਲਾਂ ਸੀ ਕਿ ਹੋਮ ਆਈਸੋਲੇਸ਼ਨ ਕਰਨ ਵਾਸਤੇ ਤੁਹਾਨੂੰ ਐਫੀਡੇਵਿਟ ਦੇਣਾ ਪੈਂਦਾ ਸੀ, ਘਰ ਦਾ ਇੱਕ ਕਮਰੇ ਦੀ ਨਕਸ਼ਾ ਹੋਏ, ਉਹ ਆਪਣਾ ਅਟੈਸਟਡ ਹੋਏ ਕਿ ਆਹ ਨਕਸ਼ਾ ਹੈ, ਉਹਦੇ 'ਚ ਇੱਕ ਕਮਰਾ ਹੈ, ਉਹਦੇ ਨਾਲ ਇੱਕ ਬਾਥਰੂਮ ਹੈ, ਤੁਹਾਡੇ ਕੋਲ ਇੱਕ ਐਫੀਡੇਵਿਟ ਹੋਏਗਾ ਕਿ ਤੁਸੀਂ ਇੱਕ ਅਟੈਂਡੈਂਟ ਤੁਹਾਡੇ ਕੋਲ ਹੈ ਜਿਹੜਾ ਕਿ ਤੁਹਾਡੀ ਦੇਖ ਰੇਖ ਕਰੇਗਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਇਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਆਉਂਦੀ ਸੀ, ਉਹਨਾਂ ਨੂੰ ਕਈ ਦਫ਼ਤਰਾਂ ਦੇ ਚੱਕਰ ਲਾਣੇ ਪੈਂਦੇ ਸੀ। ਸੋ ਇਹ ਕੀਤਾ ਕਿ ਟੈਸਟ ਕਰਵਾਓ, ਅਗਰ ਪੋਜ਼ਿਟਿਵ ਹੋ ਤੇ ਤੁਸੀਂ ਘਰ ਬੈਠੋ, ਆਪਣੇ ਆਪ ਨੂੰ ਆਈਸੋਲੇਟ ਕਰ ਲਓ ਔਰ ਇਹ ਸਾਰੀਆਂ ਜਿਹੜੀਆਂ ਸਾਡੀਆਂ ਗਾਈਡਲਾਈਨਸ ਹੈ ਕੋਵਿਡ ਦੀਆਂ ਉਹਨਾਂ ਨੂੰ ਫੋਲੋ ਕਰੋ। ਕੋਈ ਖਾਸ ਗੱਲ ਨਹੀਂ, ਆਪਣਾ ਟੈਂਪਰੇਚਰ ਮੋਨੀਟਰ ਕਰੋ। ਫਿਰ ਉਸ ਤੋਂ ਬਾਅਦ ਆਇਆ ਕਿ ਘਰ ਬੈਠਣ ਵਾਸਤੇ ਤੁਹਾਨੂੰ ਕੁਝ ਦਵਾਈਆਂ ਦੀ ਜ਼ਰੂਰਤ ਹੈ। ਉਹਦੇ ਵਾਸਤੇ ਇੱਕ ਐਕਸਪਰਟਸ ਨੇ ਜਿਹੜੀ ਸੀ ਕਿੱਟ ਤਿਆਰ ਕੀਤੀ ਸੀ, ਕਰੋਨਾ ਫਤਿਹ ਕਿੱਟ। ਉਹਦੇ ਵਿੱਚ 18 ਆਈਟਮ ਦੀ ਸੀਗੀਆਂ ਔਰ ਉਹਨਾਂ ਨੂੰ ਕਿਵੇਂ ਵਰਤਣਾ ਉਹਦੇ ਬਾਰੇ ਗਿਆਨ ਸੀਗਾ। ਮੇਨ ਉਹਦੇ ਸੀਗਾ ਪਲਸ ਆਕਸੀਮੀਟਰ, ਜਿਹੜਾ ਕਿ ਤੁਹਾਡਾ ਦੱਸਦਾ ਕਿ ਪਲਸ ਤੁਹਾਡੀ ਕਿੰਨੀ ਆਕਸੀਜਨ ਸੈਚੂਰੇਸ਼ਨ ਹੈ, ਤੁਹਾਡੀ ਪਲਸ ਕਿੰਨੀ ਹੈ। ਜੇ ਆਕਸੀਜਨ ਸੈਚੂਰੇਸ਼ਨ 94 ਤੋਂ ਘੱਟਦੀ ਹੈ ਫਿਰ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਪੈਂਦੀ ਹੈ। ਉਹ ਜਿਹੜਾ ਸੀ ਉਹ ਬੜਾ ਇੰਪੋਰਟੈਂਟ ਸੀ। ਉਹਦੇ ਨਾਲ ਥਰਮਾਮੀਟਰ ਸੀ, ਟੈਂਪਰੇਚਰ ਮੋਨੀਟਰ ਕਰੋ। ਬਾਕੀ ਕੁਝ ਦਵਾਈਆਂ ਸੀ ਜਿਹੜੀਆਂ ਪੈਰਾਸੀਟਾਮੋਲ ਹੈ, ਕੁਝ ਦੂਸਰੀਆਂ ਦਵਾਈਆਂ ਸੀ। ਸੋ ਇਹ ਸਾਰਾ ਕੁਝ ਸੀਗਾ ਤੇ ਇੱਕ ਸਟੀਮਰ ਸੀਗਾ ਕਿ ਤੁਹਾਡਾ ਸਟੀਮ ਲਓ ਤਾਂ ਕਿ ਤੁਹਾਡਾ ਜਿਹੜਾ ਥਰੋਟ ਇਨਫੈਕਸ਼ਨ ਹੈ ਇਹਨੂੰ ਕੰਟਰੋਲ ਕੀਤਾ ਜਾ ਸਕੇ, ਗਲਾ ਤੁਹਾਡਾ ਖਰਾਬ ਹੁੰਦਾ ਹੈ। ਇਹ ਬੜੀ ਮੁਸ਼ਕਲ ਦੇ ਨਾਲ ਇਹ ਕੰਮ ਜਿਹੜਾ ਸੀ ਕੀਤਾ ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਦਿੱਕਤਾਂ ਸੀਗੀਆਂ ਸਮਾਨ ਪਰਚੇਜ਼ ਕਰਨ ਦੇ ਵਿੱਚ। ਸਾਰੀਆਂ ਆਲਮੋਸਟ ਬੰਦ ਸੀਗੇ, ਮਾਰਕੀਟਸ ਬੰਦ ਹੁੰਦੀਆਂ ਸੀ, ਤੁਹਾਡੇ ਸਾਰੇ ਫੈਕਟਰੀ ਸਾਰੇ ਬੰਦ ਸੀ, ਸਿਰਫ ਫਾਰਮਾਸਿਊਟੀਕਲ ਤੇ ਕੈਮੀਕਲ ਚੱਲਦੇ ਸੀ। ਸੋ ਉਹਨਾਂ ਨੂੰ ਫਿਰ ਵੀ ਅਸੀਂ, ਕੋਈ ਚਾਈਨਾ ਤੋਂ ਇੰਪੋਰਟ ਹੋ ਰਹੀ ਹੈ, ਕੋਈ ਇੱਧਰੋਂ ਆਪਣੇ ਹੀ ਕੰਟਰੀ ਦੇ ਵਿੱਚ। ਸੋ ਇਹ ਕਰਵਾ ਕੇ ਇਹਦੇ ਨਾਲ ਫਿਰ ਆਹਿਸਤਾ ਆਹਿਸਤਾ ਇਹਨੂੰ ਜਿਵੇਂ ਫਸਟ ਵੇਵ ਮੈਨੇਜ ਕੀਤੀ, ਉਸ ਤੋਂ ਬਾਅਦ ਸੈਕੰਡ ਵੇਵ ਆਉਣੀ ਸ਼ੁਰੂ ਹੋ ਗਈ। ਇਨ ਦੀ ਮੀਨ ਟਾਈਮ ਸਾਡੀ ਵੈਕਸੀਨ ਆ ਗਈ। ਵੈਕਸੀਨ ਦੀ ਹੈਜ਼ੀਟੈਂਸੀ ਸੀ, ਉਹ ਲੋਕਾਂ ਨੂੰ ਕਿ ਲੋਕ ਲਗਵਾਉਣਾ ਨਹੀਂ ਚਾਹੁੰਦੇ ਸੀ, ਪਤਾ ਨਹੀਂ ਸੀ ਕਿ ਇਹਦੇ ਨਾਲ ਕੀ ਹੋਏਗਾ। ਉਹਨੂੰ ਬੜਾ ਮੁਸ਼ਕਲ ਦੇ ਨਾਲ ਅਸੀਂ ਉਹ ਲੋਕਾਂ ਨੂੰ ਕਨਵਿੰਸ ਕਰ ਪਾਏ ਕਿ ਅਸੀਂ ਇਹ ਵੈਕਸੀਨ ਬਿਲਕੁਲ ਸੇਫ ਹੈ।
ਮੈਂ ਖੁਦ ਵੈਕਸੀਨ ਪਹਿਲਾਂ ਲਗਵਾਈ ਜਦੋਂ ਆਈ, ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ, ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਸਾਡੇ ਸੀਨੀਅਰ ਆਫਿਸਰ ਸੀ ਉਹਨਾਂ ਨੇ ਵੈਕਸੀਨ ਲਗਵਾਈ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਬਿਲਕੁਲ ਸੇਫ ਹੈ। ਔਰ ਉਸ ਵੇਲੇ ਸੈਕੰਡ ਵੇਵ ਦੇ ਵਿੱਚ ਬਹੁਤ ਦਿੱਕਤਾਂ ਆਈਆਂ ਜਦੋਂ ਕਿ ਪੇਸ਼ੈਂਟਸ ਦੀ ਜਿਹੜੀ ਗਿਣਤੀ ਸੀ ਬਹੁਤ ਵੱਧ ਰਹੀ ਸੀ। ਫਿਰ ਦਵਾਈਆਂ ਦੀ ਕਿਤੇ ਸ਼ਾਰਟੇਜ ਨਾ ਹੋਏ ਉਹਨੂੰ ਅਸੀਂ ਦਿਨ ਰਾਤ ਕਰਕੇ ਮੈਨੇਜ ਕੀਤਾ। ਬੈਡਸ ਦੀ ਅਵੇਲੇਬਿਲਿਟੀ ਹੈ ਉਹ ਹਰ ਵਕਤ ਮੋਨੀਟਰ ਕਰਨੀ। ਫਿਰ ਉਸ ਦੇ ਨਾਲ ਹੋ ਗਿਆ ਕਿ ਆਕਸੀਜਨ ਦੀ ਜਿਹੜੀ ਸਪਲਾਈ ਦੀ ਉਹਦੀ ਬੜੀ ਵੱਡੀ ਦਿੱਕਤ ਆਈ ਹੈ ਔਰ ਉਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਸੀਗਾ। ਇੱਕ 24/7 ਆਕਸੀਜਨ ਕੰਟਰੋਲ ਰੂਮ ਬਣਾਇਆ ਔਰ ਉਸ ਆਕਸੀਜਨ ਕੰਟਰੋਲ ਰੂਮ ਦੇ ਤਹਿਤ ਆਕਸੀਜਨ ਦੀ ਸਪਲਾਈ ਨੂੰ ਮੋਨੀਟਰ ਕੀਤਾ। ਜਿਹੜੀ ਆਕਸੀਜਨ ਸੀ ਸਾਨੂੰ ਬਹੁਤ ਦੂਰ ਦੂਰ ਤੋਂ ਗਵਰਨਮੈਂਟ ਆਫ ਇੰਡੀਆ ਨੇ ਦਿੱਤੀ ਸੀ, ਰੂੜਕੇਲਾ ਤੋਂ, ਹਜ਼ੀਰਾ ਤੋਂ। ਉਹਦੇ ਟੈਂਕਰ ਸੀ ਜਿਹੜੇ ਅਸੀਂ ਏਅਰ ਫੋਰਸ ਦੀ ਮਦਦ ਦੇ ਨਾਲ ਇੱਥੋਂ ਏਅਰਲਿਫਟ ਕਰਕੇ ਲੈ ਕੇ ਜਾਂਦੇ ਸੀ ਅਤੇ ਵਾਪਸੀ 'ਤੇ ਉਹਨਾਂ ਨੂੰ ਬਾਈ ਟ੍ਰੇਨ ਔਰ ਬਾਈ ਰੋਡ ਲੈ ਕੇ ਆਉਂਦੇ ਸੀ, ਐਸਕੌਰਟ ਕਰਕੇ ਲੈ ਕੇ ਆਉਂਦੇ ਸੀ ਤਾਂ ਕਿ ਟਾਈਮਲੀ ਆ ਜਾਣ। ਸੋ ਇਹਦੇ ਨਾਲ ਨਾਲ ਵੈਕਸੀਨ ਦੀ ਸਪਲਾਈ, ਬੈਡਸ ਮੈਨੇਜਮੈਂਟ, ਸਾਡੀ ਇਹ ਵੀ ਇੱਕ ਖਾਸ ਸਾਡੇ ਪੰਜਾਬ ਦੀ ਕੋਵਿਡ ਮੈਨੇਜਮੈਂਟ ਦਾ ਹਿੱਸਾ ਰਿਹਾ ਕਿ ਗੁਆਂਢੀ ਰਾਜਾਂ ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ, JNK ਇੱਥੋਂ ਵੀ ਬਹੁਤ ਸਾਰੇ ਪੇਸ਼ੈਂਟ ਸੀ ਜਿਹੜੇ ਸਾਡੇ ਹਸਪੀਟਲ ਵਿੱਚ ਆ ਕੇ ਐਡਮਿਟ ਹੁੰਦੇ ਸੀ। ਅਸੀਂ ਕਿਸੇ 'ਤੇ ਕੋਈ ਬੰਦਿਸ਼ ਨਹੀਂ ਲਾਈ। ਤਕਰੀਬਨ 30 ਤੋਂ 35% ਦੀ ਜਿਹੜੇ ਹਸਪੀਟਲ ਦੇ ਵਿੱਚ ਪੇਸ਼ੈਂਟਸ ਪੀਕ ਦੇ ਵਿੱਚ ਸੀਗੇ ਉਹ ਬਾਹਰਲੀ ਸਟੇਟਾਂ ਦੇ ਸੀਗੇ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਕੋਈ ਵੀ ਪੇਸ਼ੈਂਟ ਆਉਂਦਾ ਉਹਨੂੰ ਐਡਮਿਟ ਕੀਤਾ ਜਾਏ ਔਰ ਉਹਦੀ ਕੋਵਿਡ ਦੀ ਜਿਹੜੀ ਟ੍ਰੀਟਮੈਂਟ ਕੀਤੀ ਜਾਏ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੋਵਿਡ ਦੇ ਮਾਮਲੇ 'ਚ ਤੁਸੀਂ ਬੜਾ ਸੀਰੀਅਸਲੀ ਕੰਮ ਕੀਤਾ ਅਤੇ ਲੋਕਾਂ ਦੇ 'ਤੇ ਜਾ ਕੇ ਕੰਮ ਕੀਤਾ ਹੈ ਨਾ, ਅਤੇ ਸਰਕਾਰ ਨੂੰ ਵੀ ਸਮੇਂ-ਸਮੇਂ 'ਤੇ ਮੀਟਿੰਗਾਂ ਦੇ ਵਿੱਚ ਹਿੱਸਾ ਲੈਂਦੇ ਰਹੇ। ਪਰ ਨਾਲ ਹੀ ਤੁਹਾਡਾ ਇਹ ਹੈ ਵੀ 2001 ਦੇ ਵਿੱਚ ਤੁਹਾਨੂੰ ਰਾਸ਼ਟਰਪਤੀ ਮੈਡਲ ਮਿਲਿਆ ਜਨਗਣਨਾ ਸਰਵੇ ਦੇ ਵਿੱਚ, ਉਸ ਦੇ ਬਾਰੇ ਸਾਰੇ ਦਰਸ਼ਕਾਂ ਨੂੰ ਦੱਸੋ। 2001 ਸੈਂਸਸ ਹਰ 10 ਸਾਲ ਬਾਅਦ ਹੁੰਦਾ ਹੈ, ਤਾਂ 2011 ਦੇ ਵਿੱਚ ਮੈਂ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਸੀਗਾ ਤਾਇਨਾਤ। ਸੋ ਸੈਂਸਸ ਦਾ ਜਿਹੜਾ ਕੰਮ ਸੀ ਬੜਾ ਇਹ ਸੰਜੀਦਗੀ ਵਾਲਾ ਕੰਮ ਹੁੰਦਾ ਹੈ। ਸੋ ਉਹਦੇ 'ਚ ਬੜਾ ਬਹੁਤ ਕੁਛ ਦੇਖ ਕੇ ਮੈਨੇਜ ਕਰਨਾ ਹੁੰਦਾ, ਦੇਖਣਾ ਹੁੰਦਾ, ਗਲਤੀ ਨਾ ਹੋਏ। ਹਰ ਇੱਕ ਜੋ ਜਨਗਣਨਾ ਹੈ ਉਹਦੇ ਸਾਰੇ ਬਲਾਕਸ ਪ੍ਰੋਪਰ ਹੋਣ, ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਸੁਪਰਵਿਜ਼ਨ। ਸੋ ਉਹ ਸਾਰਾ ਕਰਨ ਤੋਂ ਬਾਅਦ ਫਿਰ ਉਹ ਭਾਰਤ ਸਰਕਾਰ ਦੀ ਤਰਫੋਂ ਮੈਨੂੰ ਇਹ ਚੰਗਾ ਕੰਮ ਕਰਨ 'ਤੇ ਉਹਨਾਂ ਨੇ ਪ੍ਰੈਜ਼ੀਡੈਂਟਸ ਸਿਲਵਰ ਮੈਡਲ ਦਿੱਤਾ ਸੀ। ਇੱਕ ਹੁਣ ਤੁਹਾਡੇ ਅੱਜ ਹਲਕੇ ਦੇ ਨਵਾਂ ਸ਼ਹਿਰ ਦੇ 3 ਵਿਧਾਨ ਸਭਾ ਹਲਕੇ ਨੇ, ਉਹਨਾਂ ਵਿੱਚ ਜ਼ਿਆਦਾਤਰ NRIs ਨਾਲ ਸੰਬੰਧਿਤ ਇਸ਼ੂਜ਼ ਆਉਂਦੇ ਨੇ, ਹੈ ਨਾ, ਵੀ ਸਮੇਂ-ਸਮੇਂ 'ਤੇ ਕਮਿਸ਼ਨ ਵੀ ਬੈਠਦੇ ਨੇ ਉਹਦੀਆਂ ਮੰਗਾਂ ਨੂੰ ਹੱਲ ਕਰਨ ਦੇ ਲਈ, ਪਰ ਕਮਿਸ਼ਨ ਦੀ ਜਿਹੜੀ ਫਾਈਨਲ ਰਿਪੋਰਟ ਨਹੀਂ ਆਉਂਦੀ ਅਤੇ ਬਹੁਤ ਉੱਥੇ ਅੱਜ ਵੀ ਲੋਕਾਂ ਨੂੰ ਸਮੱਸਿਆਵਾਂ, ਖਾਸ ਕਰਕੇ NRIs ਵੀ ਆਉਂਦੇ, ਕਿਉਂਕਿ NRIs ਦਾ ਗੜ੍ਹ ਮੰਨਿਆ ਜਾਂਦਾ ਤੁਹਾਡਾ ਏਰੀਆ ਖਾਸ ਕਰਕੇ, ਹੈ ਨਾ। ਉੱਥੇ ਦੇ ਕਰਕੇ ਦੀਆਂ ਪ੍ਰੋਬਲਮ ਤੁਸੀਂ ਕਿਸ ਤਰ੍ਹਾਂ ਹੱਲ ਕਰਦੇ ਹੋ, ਜਾਂ ਕਿਸ ਤਰ੍ਹਾਂ ਤੁਹਾਡੇ ਕੋਲ ਰੋਜ਼ਮਰਾ 'ਚ ਪ੍ਰੋਬਲਮ ਆਉਂਦੀਆਂ, ਜਾਂ ਤੁਹਾਡਾ ਹੋਮ ਟਾਊਨ ਆ ਉਹ, ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ NRI ਦੀ ਖਾਸ ਕਰਕੇ ਪ੍ਰੋਬਲਮ ਬਾਰੇ। ਮੇਰਾ ਜ਼ੱਦੀ ਜ਼ਿਲ੍ਹਾ ਨਵਾਂ ਸ਼ਹਿਰ ਹੈ ਜੀ, ਸ਼ਹੀਦ ਭਗਤ ਸਿੰਘ ਨਗਰ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹਾ ਹੁੰਦਾ ਸੀ। 1995 ਦੇ ਵਿੱਚ ਇਹ ਜ਼ਿਲ੍ਹਾ ਹੋਂਦ ਵਿੱਚ ਆਇਆ। ਆਈ ਥਿੰਕ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਖਾਸ ਕਰਕੇ ਕਿ ਸਾਡੇ ਜਿਹੜੇ NRI ਵੀਰ ਹੈ ਸਭ ਤੋਂ ਜ਼ਿਆਦਾ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਬਾਹਰ ਸੈਟਲਡ ਹੈ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ। ਸਾਨੂੰ ਉਹਨਾਂ 'ਤੇ ਬਹੁਤ ਮਾਣ ਹੈ। ਉਹਨਾਂ ਦੀਆਂ ਸਮੱਸਿਆਵਾਂ ਹਨ, ਬੜੀਆਂ ਸਮੱਸਿਆਵਾਂ ਹਨ। ਉਹਦੇ ਵਾਸਤੇ NRI ਕਮਿਸ਼ਨ ਵੀ ਬਣਾਇਆ ਹੈ। ਕਮਿਸ਼ਨ ਜਿਹੜਾ ਹੈ ਉਹ ਇਹਨਾਂ ਦੀਆਂ ਕੰਪਲੇਂਟਸ ਦੇਖਦੇ ਹਨ, ਲੇਕਿਨ ਹਰ ਸਬ ਡਿਵੀਜ਼ਨ ਦੇ ਵਿੱਚ ਇੱਕ ਸੈੱਲ ਬਣਨਾ ਚਾਹੀਦਾ ਹੈ ਜੋ ਖਾਸ ਕਰਕੇ NRIs ਦੀਆਂ ਸਮੱਸਿਆਵਾਂ ਨੂੰ ਜਿਹੜਾ ਦੇਖੇ। ਉਹਦੇ ਨਾਲ ਨਾਲ ਇਹ ਹੈ ਜੋ ਟਰੈਵਲ ਏਜੰਟਸ ਲੋਕਾਂ ਨੂੰ ਧੋਖੇ ਨਾਲ ਬਾਹਰ ਲਿਜਾਣ ਦੇ ਕਰਕੇ ਪੈਸੇ ਉਹਨਾਂ ਤੋਂ ਬਟੋਰਦੇ ਹੈ, ਗਲਤ ਕੰਮ ਕਰਦੇ ਹੈ, ਉਹਨਾਂ ਨੂੰ ਫਿਰ ਇਸੇ ਤਰ੍ਹਾਂ ਲੋਕਾਂ ਨੂੰ ਗਲਤ ਮੈਰਿਜਸ ਜਿਹੜੇ ਕਰਵਾ ਕੇ ਉਹਨਾਂ ਨੂੰ ਬਾਹਰ ਭੇਜਣ ਦੇ ਚਾਂਸਿਸ ਦਿੰਦੇ ਹੈ। ਉਹਨਾਂ ਨੂੰ ਉਮੀਦ ਹੈ ਕਿ ਅਸੀਂ ਇਸ ਦੇ ਵਿੱਚ ਕਾਮਯਾਬ ਹੋਵਾਂਗੇ ਔਰ ਇਹਦੇ ਲਈ ਮੈਂ ਸੁਝਾਅ ਵੀ ਚਾਹਾਂਗਾ ਕਿ ਇਹਨਾਂ ਨੂੰ ਕਿਵੇਂ ਇਫੈਕਟਿਵਲੀ ਅਸੀਂ ਕਰ ਸਕਦੇ ਹਾਂ। ਇਹ ਮੇਰੇ ਜ਼ਿਹਨ ਦੇ ਵਿੱਚ ਹੈ ਕਿਉਂਕਿ ਇਸ ਜ਼ਿਲ੍ਹੇ ਦੀਆਂ ਖਾਸ ਕਰ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ NRIs ਦੀ ਡਿਮਾਂਡ ਹੈ ਕਿ ਇਹਨਾਂ ਨੂੰ ਪ੍ਰਾਇੋਰਟੀ 'ਤੇ ਜਿਹੜਾ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏ।
ਬੰਗਾ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਇੱਕ ਐਨਆਰਆਈ ਦੀ ਪ੍ਰੋਬਲਮ ਆਈ ਸੀ ਵੀ ਉਹਨੇ ਖਾਸ ਕਰਕੇ ਜਿਹੜੇ ਹੁਣ ਮੌਜੂਦਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਕੋਲ ਮੰਗ ਉਠਾਈ ਸੀ ਵੀ ਉਹਨਾਂ ਦੇ ਜਿਹੜੇ 10 ਤੋਂ 15 ਏਕੜ ਜ਼ਮੀਨ ਦੇ ਉੱਪਰ ਇੱਕ ਲੋਕਲ ਬੰਦੇ ਨੇ ਕਬਜ਼ਾ ਕਰ ਰੱਖਿਆ, ਤੇ ਉਹਨਾਂ ਨੇ ਕਮਿਸ਼ਨ ਨੂੰ ਇਹ ਸ਼ਿਕਾਇਤ ਵੀ ਕੀਤੀ ਹੈ, ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕੀ ਸ਼ਿਕਾਇਤਾਂ ਹੋਣਗੀਆਂ, ਉਹਨਾਂ ਦਾ ਕਿਸ ਤਰ੍ਹਾਂ ਹੱਲ ਹੋਏਗਾ ਜੀ? ਕਿਉਂਕਿ ਉਹ ਬੜੀ ਦੇਰ ਤੋਂ ਕਹਿੰਦੇ ਸੀ ਡਿਮਾਂਡ ਕਰਦੇ ਆ ਰਹੇ, ਕਮਿਸ਼ਨ ਵੀ ਸਾਡੇ ਇਸ ਮਾਮਲੇ 'ਚ ਕੁਝ ਨਹੀਂ ਕਰ ਰਿਹਾ, ਪਿਛਲੀਆਂ ਸਰਕਾਰਾਂ ਦੇ ਵੇਲੇ ਦੇ ਕਹਿਣ ਲੱਗੇ ਹੋਇਆ ਸੀ। ਜਿੱਥੋਂ ਤੱਕ ਲੈਂਡ ਰੈਵਨਿਊ ਦੇ ਨਾਲ ਰਿਲੇਟਡ ਇਸ਼ੂਜ਼ ਹਨ, ਉਹਦੇ ਵਿੱਚ ਕਮਿਸ਼ਨ ਸਿਰਫ ਆਪਣੀ ਇੱਕ ਫਾਈਂਡਿੰਗ ਦੇ ਸਕਦੇ ਹੈ, ਲੇਕਿਨ ਜ਼ਰੂਰੀ ਹੈ ਕਿ ਜਿਹੜਾ ਵੀ ਉਹਦੇ 'ਚ ਇਨਕੁਆਇਰੀ ਦੇ ਵਿੱਚ ਆਉਂਦਾ ਹੈ ਉਹਦੇ 'ਤੇ ਪੂਰਾ ਐਕਸ਼ਨ ਲਿਆ ਜਾਏ। ਜੋ ਮੈਂ ਦੱਸਿਆ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ, ਹਰ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਦੇ ਇੱਕ ਸੈੱਲ ਕ੍ਰੀਏਟ ਹੋਣ ਔਰ ਉਸ ਨੂੰ ਮੋਨੀਟਰ ਕੀਤਾ ਜਾਏ ਔਰ ਫਿਰ ਉਸ ਇਨਸ਼ੋਰ ਕੀਤਾ ਜਾਏ ਕਿ ਉਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਹੋਵੇ ਔਰ ਉਹਨਾਂ ਦੀ ਸੈਟੀਸਫੈਕਸ਼ਨ ਹੋਏ। ਔਰ ਉਹਦੇ ਵਿੱਚ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਕਾਲ ਕਰਕੇ ਵੀ ਪੁੱਛਿਆ ਜਾਏ ਕਿ ਤੁਹਾਡੀ ਸਮੱਸਿਆ ਦਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ, ਅਗਰ ਨਹੀਂ ਹੋਇਆ ਤਾਂ ਕੀ ਕੁਝ ਰਹਿ ਗਿਆ। ਸੋ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਸਿਸਟਮ ਜਿਹੜਾ ਇਹਨੂੰ ਇੱਕ ਥੋੜ੍ਹਾ ਜਿਹਾ ਮੋਨੀਟਰਿੰਗ ਉਹਦੀ ਅੱਛੀ ਹੋ ਜਾਏ। ਮੈਨੂੰ ਉਮੀਦ ਹੈ ਕਿ ਅਸੀਂ ਇਸ ਵਿੱਚ ਕਾਮਯਾਬ ਹੋਵਾਂਗੇ ਕਿ ਇਹ ਸਮੱਸਿਆਵਾਂ ਟਾਈਮ ਵੱਧ ਤਰੀਕੇ ਦੇ ਨਾਲ ਹੱਲ ਹੋ ਜਾਣ। ਇਹ ਤਾਂ ਸਮਝੀ ਤੁਹਾਡੇ ਕੰਮ, ਤੁਹਾਡੇ ਪ੍ਰਾਪਤੀਆਂ ਦਾ ਜ਼ਿਕਰ ਹਾਲ ਤੱਕ ਆਪਾਂ ਜਗਾਉਣੇ ਸਾਹਮਣੇ ਕੀਤਾ। ਹੁਣ ਤੁਸੀਂ ਇਸ ਮੁਕਾਮ ਤੱਕ ਪਹੁੰਚਣ ਲਈ ਤੁਹਾਨੂੰ ਕਿੱਦਾਂ ਦੀਆਂ ਪ੍ਰੋਬਲਮਸ ਆਈਆਂ ਆਈਐਸ ਬਣਨ ਦੇ ਵਿੱਚ, ਤੇ ਤੁਹਾਡੇ ਕਾਲਜ ਦੀ ਲਾਈਫ ਦੇ ਬਾਰੇ ਉਹ ਜ਼ਰੂਰ ਸਾਨੂੰ ਜਾਂਦੇ ਸ਼ੇਅਰ ਕਰੋ ਦਰਸ਼ਕਾਂ ਨਾਲ। ਮੈਂ ਆਪਣੀ ਸ਼ੁਰੂ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤੀ ਸੀ। ਉਹ ਸਕੂਲ ਜਿਹਦੀ ਬਿਲਡਿੰਗ ਨਹੀਂ ਸੀ। ਓਕੇ। ਸੋ 1 ਸਾਲ ਅਸੀਂ ਤੂਤ ਦੇ ਦਰਖਤ ਦੇ ਥੱਲੇ ਬੈਠ ਕੇ ਕਲਾਸਾਂ ਲਾਈਆਂ, ਔਰ ਉਸ ਤੋਂ ਬਾਅਦ ਇੱਕ ਏਡਡ ਸਕੂਲ ਸੀਗਾ 3 ਕਿਲੋਮੀਟਰ ਦੂਰ, ਉੱਥੇ 10ਵੀਂ ਤੱਕ ਪੜ੍ਹਾਈ ਕੀਤੀ। ਫਿਰ ਗਵਰਨਮੈਂਟ ਕਾਲਜ ਰੋਪੜ ਤੋਂ ਮੈਂ ਪ੍ਰੀ ਇੰਜੀਨੀਅਰਿੰਗ ਕੀਤੀ, ਫਿਰ ਉਸ ਤੋਂ ਬਾਅਦ ਇੰਜੀਨੀਅਰਿੰਗ ਕੀਤੀ ਚੰਡੀਗੜ੍ਹ ਤੋਂ, ਪੰਜਾਬ ਇੰਜੀਨੀਅਰਿੰਗ ਕਾਲਜ ਤੋਂ। ਉਸ ਤੋਂ ਬਾਅਦ ਨਾਰਮਲੀ ਮੈਨੂੰ ਕਾਫੀ ਸੰਤੁਸ਼ਟੀ ਸੀਗੀ ਕਿ ਮੈਂ ਨੌਕਰੀ ਕਰ ਰਿਹਾ, ਲੇਕਿਨ ਕੁਛ ਇੱਕ ਇਸ ਤਰ੍ਹਾਂ ਦੇ ਹਾਲਾਤ ਹੋਏ ਕਿ ਮੈਂ ਕੁਛ ਅੱਛੀ ਜੌਬਸ ਜਿਹੜੀਆਂ ਸੀਗੀਆਂ ਇੰਜੀਨੀਅਰਿੰਗ ਸਰਵਿਸਿਜ਼ ਦੇ ਥਰੂ ਮੇਰੀ ਸਿਲੈਕਸ਼ਨ ਹੋਈ ਸੀ, ਮੈਂ ਨਹੀਂ ਜਾ ਸਕਿਆ। ਫਿਰ ਮੈਂ ਪਾਰਟ ਟਾਈਮ ਐਮਟੈਕ ਸ਼ੁਰੂ ਕੀਤੀ, ਔਰ ਐਮਟੈਕ ਕਰਦੇ ਕਰਦੇ ਮੇਰੇ ਮਾਈਂਡ ਦੇ ਵਿੱਚ ਆਇਆ ਕਿ ਸ਼ਾਇਦ ਮੈਂ ਇਸ ਤੋਂ ਇਲਾਵਾ ਕੁਝ ਹੋਰ ਕਰ ਸਕਦਾ। ਤੇ ਫਿਰ ਮੈਂ ਕੋਸ਼ਿਸ਼ ਕੀਤੀ ਕਿ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋਵਾਂ, ਔਰ ਉਸ ਵੇਲੇ ਜੀਓਗ੍ਰਾਫੀ ਤੇ ਪੰਜਾਬੀ ਲਿਟਰੇਚਰ 2 ਸਬਜੈਕਟ ਰੱਖ ਕੇ ਅਪੀਅਰ ਹੋਇਆ ਸੀ, ਔਰ ਪਰਮਾਤਮਾ ਦੀ ਕਿਰਪਾ ਹੋਈ ਕਿ ਕਾਮਯਾਬ ਹੋਏ ਤੇ ਅੱਜ ਇਸ ਸਰਵਿਸ ਦੇ ਵਿੱਚ ਪਹੁੰਚ ਗਏ ਜੀ। ਥੈਂਕ ਯੂ। ਇਹ ਸਨ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਸ਼੍ਰੀ ਹੁਸਨ ਲਾਲ ਜੀ। ਅੱਜ ਸਾਡੇ ਜਗਬਾਣੀ ਦੇ ਪਾਠਕਾਂ ਨਾਲ ਗੱਲ ਕਰ ਰਹੇ ਸੀ। ਕੈਮਰਾਮੈਨ ਉਜਲ ਸਿੰਘ ਦੇ ਨਾਲ ਪ੍ਰਦੀਪ ਸਿੰਘ ਹੈਪੀ, ਜਗਬਾਣੀ ਟੀਵੀ ਮੋਹਾਲੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।